ਅਸਲ ਵਿੱਚ ਇਹ ਜਿਹੜਾ ਹੈਗਾ ਸਾਰਾ ਅੰਦੋਲਨ ਦੀ ਡਾਇਰੈਕਸ਼ਨ ਆ ਜੋ ਵੀ ਕਿੱਦਾਂ ਕਰਨਾ, ਕਿੱਦਾਂ ਨੂੰ ਬਦਨਾਮ ਕਰਨਾ, ਉਹ ਕੋਈ ਹੋਰ ਤਾਕਤਾਂ ਦੇ ਹੱਥਾਂ ਵਿੱਚ ਹੈ। ਨਿਹੰਗ ਜਥੇਬੰਦੀਆਂ ਦੇ ਵਿੱਚ ਜਿਹੜੀ ਉਹਨੇ ਘੁਸਪੈਠ ਕੀਤੀ ਹੈਗੀ ਆ, ਇਹ ਬੜੀ ਪੁਰਾਣੀ ਹੈ। ਉਹਨਾਂ ਨੇ ਜਿਹੜਾ ਇੱਕ ਜਾਤੀ ਦਾ ਕਾਰਡ ਖੇਡਿਆ, ਉਹ ਵੀ ਬਹੁਤ ਖਤਰਨਾਕ ਹੈ। ਵੇ ਬੀਜੇਪੀ ਦੇ ਲੀਡਰ ਨਿਹੰਗਾਂ ਨੂੰ ਕਿਉਂ ਉਠਾਉਣਾ ਚਾਹੁੰਦੇ ਆ? ਉੱਥੋਂ ਕਹਿੰਦੇ ਵੀ ਤੁਸੀਂ ਹਟ ਜਾਓ, 10 ਲੱਖ ਰੁਪਏ ਲੈ ਲਓ। ਜਿਹੜਾ ਐਲਾਨ ਅੱਜ ਨਿਹੰਗ ਜਥੇਬੰਦੀਆਂ ਨੇ ਉੱਥੇ ਜਿਹੜਾ ਇਕੱਠ ਕਰਕੇ ਕੀਤਾ ਹੈਗਾ, ਮੈਨੂੰ ਲੱਗਦਾ ਵੀ ਇਹਦੇ ਨਾਲ ਜਿਹੜਾ ਹੈਗਾ ਉਹ ਜਿਹੜੀ ਸਥਿਤੀ ਹੈਗੀ ਆ, ਉਹ ਕਿਤੇ ਨਾ ਕਿਤੇ ਤਣਾਅਪੂਰਨ ਬਣ ਸਕਦੀ ਹੈ। ਪੰਜਾਬ ਦੇ ਵਿੱਚ ਦਲਿਤਾਂ ਤੇ ਜੱਟ ਸਿੱਖਾਂ ਨੂੰ ਆਮੋ ਸਾਹਮਣੇ ਲਿਆ ਕੇ ਖੜੇ ਕਰਨਾ, ਇਹ ਖਤਰਨਾਕ ਖੇਡ ਜਿਹੜੀ ਆ ਬੀਜੇਪੀ ਖੇਡਣ ਜਾ ਰਹੀ ਆ। ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਪ੍ਰੋਗਰਾਮ ਪੰਜਾਬ ਨਾਓ 'ਚ ਤੁਹਾਡਾ ਸਵਾਗਤ ਹੈ। ਪੰਜਾਬ ਦੇ ਵਿੱਚ ਇਸ ਸਮੇਂ ਬਹੁਤ ਕੁਝ ਹੋ ਵਾਪਰ ਰਿਹਾ ਹੈ, ਧਾਰਮਿਕ ਤੌਰ ਤੇ ਵੀ, ਸਮਾਜਿਕ ਤੌਰ ਤੇ ਵੀ, ਰਾਜਨੀਤਿਕ ਤੌਰ ਤੇ ਵੀ ਤੇ ਆਰਥਿਕ ਤੌਰ ਤੇ ਤਾਂ ਸਾਰਾ ਕੁਝ ਚੱਲਦਾ ਹੀ ਰਹਿੰਦਾ ਆ। ਜਦੋਂ ਅਸੀਂ ਧਾਰਮਿਕ ਤੇ ਸਮਾਜਿਕ ਤੌਰ ਤੇ ਗੱਲਾਂ ਕਰਦੇ ਹਾਂ ਤੇ ਕਿਸਾਨ ਅੰਦੋਲਨ ਦੋਨੋਂ ਹੀ ਨੁਕਤਿਆਂ ਦੇ ਉੱਤੇ ਬਹੁਤ ਅਹਿਮ ਭੂਮਿਕਾ ਨਿਭਾ ਰਿਹਾ ਹੈ। ਔਰ ਇਸ ਕਿਸਾਨ ਅੰਦੋਲਨ ਦੇ ਵਿੱਚ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਦਾ ਬੈਠਣਾ ਇਹਨੂੰ ਧਾਰਮਿਕ ਤੌਰ ਤੇ ਵੀ ਮਹੱਤਵਪੂਰਨ ਕਰ ਦਿੰਦਾ ਹੈ। ਪਰ ਨਿਹੰਗ ਜਥੇਬੰਦੀਆਂ ਵੱਲੋਂ ਜਿਸ ਤਰੀਕੇ ਨਾਲ ਇੱਕ ਇਕੱਠ ਕੀਤਾ ਜਾਂਦਾ, ਉਸ ਇਕੱਠ ਦੇ ਵਿੱਚ ਇਹ ਐਲਾਨ ਕੀਤਾ ਜਾਂਦਾ ਕਿ ਇਸ ਅੰਦੋਲਨ ਦੇ ਵਿੱਚ ਬਕਾਇਦਾ ਉਹ ਬੈਠੇ ਰਹਿਣਗੇ, ਕਿਉਂਕਿ ਜਿਸ ਤਰੀਕੇ ਨਾਲ ਬਾਬਾ ਅਮਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਨਰਿੰਦਰ ਸਿੰਘ ਤੋਮਰ ਹੋਰਾਂ ਦੇ ਨਾਲ, ਜਿਸ ਤਰੀਕੇ ਨਾਲ ਉੱਥੇ ਇੱਕ ਕਤਲ ਹੁੰਦਾ ਆ, ਉਹਦੇ ਤੋਂ ਬਾਅਦ ਕਈ ਤਰੀਕੇ ਦੇ ਵਿਵਾਦ ਪੈਦਾ ਹੋਣੇ ਸ਼ੁਰੂ ਹੋ ਗਏ ਸੀਗੇ। ਹੁਣ ਫੈਸਲਾ ਲਿਆ ਗਿਆ। ਇਹ ਫੈਸਲਾ ਜੇ ਇੱਕ ਪਾਸੇ ਰੱਖ ਦਈਏ ਤੇ ਇਹਦੇ ਪੈਰਲਲ ਜਿਹੜੇ ਫੈਸਲੇ ਲਿਆ ਕਿ ਪੰਜਾਬ ਦੇ ਵਿੱਚ ਹੁਣ ਨਿਹੰਗ ਸਿੰਘ ਜ਼ਿੰਮੇਵਾਰੀ ਲੈਣਗੇ ਕਿ तमाम ਬੇਅਦਬੀ ਦੀਆਂ ਘਟਨਾਵਾਂ ਕਿਉਂ ਵਾਪਰਦੀਆਂ ਨੇ, ਕਿਵੇਂ ਇਹਨਾਂ ਨੂੰ ਰੋਕਿਆ ਜਾ ਸਕਦਾ ਹੈ। ਔਰ ਇਹਦੇ ਲਈ 2 ਟੀਮਾਂ ਪੰਜਾਬ 'ਚ ਭੇਜੀਆਂ ਜਾਣਗੀਆਂ, ਜਿਹੜੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾ ਕੇ ਦੇਖਣਗੇ ਕਿ ਕਿਤੇ ਕੁਤਾਹੀਆਂ ਤਾਂ ਨਹੀਂ ਵਰਤੀਆਂ ਜਾਂਦੀਆਂ। ਜੇ ਕਿਤੇ ਕੁਤਾਹੀ ਹੋਈ, ਜੇ ਕਿਤੇ ਬੇਅਦਬੀ ਹੋਈ, ਤੇ ਨਿਹੰਗ ਸਿੰਘਾਂ ਦਾ ਕਹਿਣਾ ਕਿ ਅਸੀਂ ਧਾਰਮਿਕ ਸਜ਼ਾ ਦੇ ਮੁਤਾਬਕ ਗ੍ਰੰਥੀ ਸਾਹਿਬ ਨੂੰ ਤੇ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਕੋੜਿਆਂ ਦੀ ਸਜ਼ਾ ਜਿਹੜੀ ਆ ਉਹ ਸੁਣਾਵਾਂਗੇ, ਤੇ ਜੇ ਕੋਈ ਬੇਅਦਬੀ ਕਰਦਾ ਫੜਿਆ ਗਿਆ ਤੇ ਕਿਹਾ ਗਿਆ ਕਿ ਪੁਲਿਸ ਦੇ ਹਵਾਲੇ ਨਾ ਕੀਤਾ ਜਾਵੇ, ਨਿਹੰਗ ਸਿੰਘਾਂ ਦੇ ਹਵਾਲੇ ਕੀਤਾ ਜਾਵੇ। ਇਸ ਫੈਸਲੇ ਦੇ ਕੀ ਮਾਇਨੇ ਨੇ? ਇਹਦੇ ਨਾਲ ਨਾਲ ਆਪਾਂ ਇਸੇ ਅੰਦੋਲਨ ਨਾਲ ਜੁੜੀ ਕੱਲ ਰਾਤ ਦੀ ਵੱਡੀ ਘਟਨਾ ਜਿਹੜੀ ਵਾਪਰੀ ਆ ਕਿ ਜਿਸ ਤਰੀਕੇ ਨਾਲ RSS ਦੇ ਕੁਝ ਨੇੜਲੇ ਬੰਦੇ ਇੱਕ ਜਥੇਬੰਦੀ ਤੇ ਲਖਬੀਰ ਦੇ ਪਰਿਵਾਰ ਨਾਲ ਇਕੱਠੇ ਹੋ ਕੇ ਉਧਰਲੇ ਪਾਸੇ ਨੂੰ ਵਧਦੇ ਆ, ਜੋ ਕੁਝ ਹਾਲਾਤ ਬਣਦੇ ਆ ਉਹਨਾਂ ਦੇ ਕੀ ਮਾਇਨੇ ਨਿਕਲਦੇ ਆ, ਆਪਾਂ ਉਹਦੀ ਵੀ ਚਰਚਾ ਕਰਾਂਗੇ। ਚਰਚਾ ਲਈ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਪਾਲ ਸਿੰਘ ਨੌਲੀ ਜੀ। ਨੌਲੀ ਸਾਹਿਬ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੁੱਦਾ ਬਹੁਤ ਸੰਵੇਦਨਸ਼ੀਲ ਹੈ ਨੌਲੀ ਸਾਹਿਬ, ਔਰ ਜਦੋਂ ਧਰਮ ਦੀ ਗੱਲ ਆ ਜਾਂਦੀ ਹੈ ਤੇ ਹੋਰ ਵੀ ਜ਼ਿਆਦਾ ਸੰਭਲ ਕੇ ਬੋਲਣ ਦੀ ਲੋੜ ਪੈਂਦੀ ਹੈ, ਤੇ ਸੰਭਲ ਕੇ ਬੋਲਣ ਦੇ ਨਾਲ ਨਾਲ ਇਹ ਵੀ ਦੇਖਣਾ ਪੈਂਦਾ ਕਿ ਕੀ ਧਾਰਮਿਕ ਤੌਰ ਤੇ ਜੇ ਕੋਈ ਫੈਸਲਾ ਲਿਆ ਜਾਂਦਾ, ਉਹ ਫੈਸਲਾ ਸਾਡੇ ਧਰਮ ਦੀ ਅਕੀਦਤ ਦੇ ਮੁਤਾਬਕ ਹੈਗਾ, ਸਿਧਾਂਤਾਂ ਦੇ ਮੁਤਾਬਕ ਹੈਗਾ, ਔਰ ਉਹਨਾਂ ਸਿਧਾਂਤਾਂ ਦਾ ਅਸਰ ਸਮਾਜਿਕ ਵਾਤਾਵਰਣ ਤੇ ਕਿਹੋ ਜਿਹਾ ਪੈਗਾ। ਹੁਣ ਨਿਹੰਗ ਸਿੰਘਾਂ ਦੀ ਆਪਾਂ ਗੱਲ ਕੀਤੀ, ਜੇ ਉਹ ਫੈਸਲਾ ਇਹ ਲੈਂਦੇ ਆ ਕਿ ਬੇਅਦਬੀਆਂ ਰੋਕਣ ਦੇ ਲਈ ਅਸੀਂ ਕੰਮ ਕਰਾਂਗੇ, ਚੰਗੀ ਗੱਲ ਹੈ। ਗੁਰੂ ਦੀ ਬੇਅਦਬੀ ਕੋਈ ਵੀ ਬਰਦਾਸ਼ਤ ਨਹੀਂ ਕਰਦਾ, ਉਹ ਭਾਵੇਂ ਬਾਣੇ 'ਚ ਹੋਵੇ ਤੇ ਭਾਵੇਂ ਬਾਣੇ 'ਚ ਨਾ ਹੋਵੇ। ਹੁਣ ਜਿਹੜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤਲਾਸ਼ੀਆਂ ਲਈਆਂ ਜਾਣਗੀਆਂ ਗੁਰਦੁਆਰਾ ਸਾਹਿਬਾਨ ਦੀਆਂ, ਮਤਲਬ ਛਾਪੇਮਾਰੀਆਂ ਕੀਤੀਆਂ ਜਾਣਗੀਆਂ, ਤੇ ਜੇ ਕਿਤੇ ਕੁਝ ਹੁੰਦਾ ਤੇ ਗ੍ਰੰਥੀ ਸਿੰਘ ਨੂੰ ਤੇ ਪ੍ਰਬੰਧਕ ਕਮੇਟੀ ਨੂੰ ਕੋੜਿਆਂ ਦੀ ਸਜ਼ਾ ਦਿੱਤੀ ਜਾਏਗੀ। ਸਿੱਖੀ ਸਿਧਾਂਤਾਂ ਦੇ ਮੁਤਾਬਕ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਇਹ ਫੈਸਲਾ ਵਾਜਬ ਹੈ? ਔਰ ਇਸ ਫੈਸਲੇ ਦੇ ਜਿਹੜੇ ਸਿੱਟੇ ਜੇ ਕਿਹੋ ਜਿਹਾ ਨਿਕਲਦੇ ਨਜ਼ਰ ਆਉਣਗੇ, ਤੇ ਇਹ ਸਿੱਟੇ ਜਿਹੜੇ ਆ ਉਹ ਸਿੱਖ ਧਰਮ ਦੀ ਦਿੱਖ ਕਿਹੋ ਜਿਹੀ ਬਣਾਉਣਗੇ? ਮੈਨੂੰ ਲੱਗਦਾ ਕਿ ਸੰਪੂਰਨ ਰੂਪ ਦੇ ਵਿੱਚ ਇੱਕੋ ਜਵਾਬ ਦੇ ਵਿੱਚ ਜੇ ਇਹ ਸਾਰੀਆਂ ਗੱਲਾਂ ਸਮੇਟ ਦਿਓ ਤੇ ਜ਼ਿਆਦਾ ਬਿਹਤਰ ਹੋਏਗਾ। ਜਸਵੀਰ ਜੀ, ਸਭ ਤੋਂ ਪਹਿਲਾਂ ਤਾਂ ਵੱਡੀ ਜਿਹੜੀ ਗੱਲ ਆ ਵੀ ਇਹ ਜਿਹੜੀ ਗੱਲ ਆ ਵੀ ਉਹ ਉੱਠੀ ਕਿਉਂ, ਇਹਦੇ ਕਾਰਨ ਕੀ ਹੈ? ਇਹ ਇਦਾਂ ਦੇ ਹਾਲਾਤ ਜਿਹੜੇ ਆ ਪੰਜਾਬ 'ਚ ਪੈਦਾ ਕਿਤੇ ਹੋ ਗਿਆ, ਜਾਂ ਇਹ ਸਾਰੇ ਮਾਹੌਲ 'ਚ, ਤੇ ਉਹਨਾਂ ਨੂੰ ਇਕੱਠ ਕਿਉਂ ਕਰਨਾ ਪੈ ਗਿਆ ਨਿਹੰਗ ਸਿੰਘਾਂ ਨੂੰ? ਅਸਲ ਵਿੱਚ ਇਹ ਘਟਨਾ ਜਿਹੜੀ ਆ ਉਹ ਲਖਵੀਰ ਸਿੰਘ ਦੇ ਕਤਲ ਦੇ ਨਾਲ ਜੁੜੀ ਹੋਈ ਹੈ ਜੀ। ਜਿੱਦਾਂ ਵਹਿਸ਼ੀ ਢੰਗ ਨਾਲ ਕੀਤਾ ਗਿਆ, ਤੇ ਜਿੱਦਾਂ ਉਹ ਵੀਡੀਓ ਉਹਦੀ ਜਾਰੀ ਕੀਤੀ ਗਈ, ਤੇ ਡਰ ਦਾ ਮਾਹੌਲ ਸਿਰਜਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਜੀ, ਤੇ ਲੋਕ ਡਰੇ ਵੀ। ਉਹਦੀ ਜਦੋਂ
ਜੜ ਲੱਭਦੇ ਉਹ ਜੜ ਜਦੋਂ ਬੀਜੇਪੀ ਦੇ ਤੱਕ ਪਹੁੰਚ ਜਾਂਦੀ ਹੈ ਫਿਰ ਉਹ ਚੁੱਪ ਹੋ ਜਾਂਦੇ ਜੀ। ਤੁਸੀਂ ਦੇਖੋ ਵੀ ਐਡੀ ਫੋਟੋ ਖਤਰਨਾਕ ਜਿਹੜੀ ਆ ਉਹ ਸਾਹਮਣੇ ਆਈ। ਖੇਤੀਬਾੜੀ ਮੰਤਰੀ ਜਿਹੜੇ ਅੱਜ ਕੱਲ੍ਹ ਸਾਰੀ ਜਾਣੀ ਕਿ ਹਿੰਦੁਸਤਾਨ ਦੇ ਵਿੱਚ ਤੇ ਖਾਸ ਕਰਕੇ ਕਿਸਾਨਾਂ ਦਾ ਤੇ ਕੇਂਦਰ ਬਿੰਦੂ 'ਚ ਆ ਤੇ ਸਾਹਮਣਾ ਕਰਨਾ, ਉਹਨੂੰ ਪ੍ਰਧਾਨ ਮੰਤਰੀ ਤੋਂ ਬਾਅਦ ਉਹਦੀ ਚਰਚਾ ਜ਼ਿਆਦਾ ਹੁੰਦੀ ਹੈ। ਉਹ ਆ ਬੀਜੇਪੀ ਦੇ ਹੋਰ ਲੀਡਰ ਆ। ਇੱਕ ਵਿਵਾਦਗ੍ਰਸਤ ਜਿਹੜਾ ਹੈਗਾ ਉੱਥੇ ਕੈਟ ਹੈਗਾ, ਉਹ ਤਸਵੀਰ ਦੇ ਉੱਤੇ ਤੁਸੀਂ ਦੇਖ ਲਓ ਕਿਸੇ ਮੀਡੀਆ ਦੇ ਉੱਤੇ ਉਹਨਾਂ ਨੇ ਕੋਈ ਟਿੱਪਣੀ ਉਹਨਾਂ ਦੀ ਨਹੀਂ ਹੈ ਜੀ। ਇੱਥੋਂ ਪਤਾ ਲੱਗਦਾ ਵੀ ਜਿਹੜੀਆਂ ਸਾਜ਼ਿਸ਼ਾਂ ਆ ਉਹ ਡੂੰਘੀਆਂ ਉਹਦੀਆਂ ਜੜ੍ਹਾਂ ਨੇ ਤੇ ਇਹ ਕਿੰਨਾ ਕੁਛ ਕਰਨਾ ਚਾਹੁੰਦੇ ਸੀ। ਇਹ ਤਾਂ ਫੋਟੋ ਸਾਹਮਣੇ ਆਉਣ ਦੇ ਨਾਲ ਬਹੁਤ ਗੱਲਾਂ ਦਾ ਜਿੱਦਾਂ ਕਹ ਲਓ ਵੀ ਬਚਾਅ ਹੋ ਗਿਆ। ਹੁਣ ਉਹ ਨੰਗੇ ਹੋ ਗਏ ਬੀਜੇਪੀ ਵਾਲੇ ਤੇ ਉਹਨਾਂ ਦੇ ਸਮਰਥਕ ਤੇ ਸਾਰਾ ਕੁਝ। ਅਸਲ ਵਿੱਚ ਜੇ ਇਸ ਕਹਾਣੀ ਦੇ ਪਿੱਛੇ ਵੀ ਜੇ ਡੂੰਘਾਈ ਨਾਲ ਜਸਵੀਰ ਜੀ ਦੇਖ ਕੇ ਚੱਲੋ ਤੇ ਤੁਹਾਨੂੰ ਇਹ ਲੱਗ ਰਿਹਾ ਵੀ ਇਸ ਅੰਦੋਲਨ ਨੂੰ ਪਿੱਛੋਂ ਜਿੱਦਾਂ ਵੀ ਮੀਟਿੰਗ ਦਾ ਜਿਹੜਾ ਡੈਡਲੌਕ ਪੈਦਾ ਹੋਇਆ ਉਹਦੇ ਕੀ ਕਾਰਨ ਹੈ। ਗੱਲਬਾਤ ਤੁਰ ਨਹੀਂ ਰਹੀ, ਕੋਈ ਤੋਰ ਨਹੀਂ ਰਿਹਾ, ਬਿਆਨਬਾਜ਼ੀ ਹੋ ਰਹੀ ਇਕੱਲੇ ਜੀ। ਅਸਲ ਵਿੱਚ ਇਹ ਜਿਹੜਾ ਹੈਗਾ ਸਾਰਾ ਅੰਦੋਲਨ ਦੀ ਡਾਇਰੈਕਸ਼ਨ ਆ ਜੋ ਵੀ ਕਿੱਦਾਂ ਕਰਨਾ, ਕਿੱਦਾਂ ਇਹਨੂੰ ਬਦਨਾਮ ਕਰਨਾ, ਉਹ ਕੋਈ ਹੋਰ ਤਾਕਤਾਂ ਦੇ ਹੱਥਾਂ ਵਿੱਚ ਆ ਜੀ। ਉਹ ਪ੍ਰਧਾਨ ਮੰਤਰੀ ਜਾਂ ਅਮਿਤ ਸ਼ਾਹ ਦੇ ਵੀ ਹੱਥਾਂ 'ਚ ਨਹੀਂ ਹੈਗਾ। ਜਿਹੜੇ ਜਿੱਥੋਂ ਤਾਰ ਹਿਲਦੀ ਹੈ ਉਹ ਅਸਲ 'ਚ ਉੱਦਾਂ ਦੀਆਂ ਹੀ ਘੁਣਤਾਂ ਕਰ ਰਹੇ ਨੇ ਜਿੱਦਾਂ ਵੀ ਇਹਨੂੰ ਅਸੀਂ ਆਪਣੀਆਂ ਇੱਦਾਂ ਦੀਆਂ ਚੁਸਤ ਚਲਾਕੀਆਂ ਨਾਲ ਇਹਨੂੰ ਖਤਮ ਕਰ ਦੇਵਾਂਗੇ ਜੀ। ਅੱਛਾ, ਨਿਹੰਗ ਸਿੰਘ ਦੀ ਜਿਹੜੀ ਗੱਲ ਕੀਤੀ ਹੈ ਕਿਉਂਕਿ ਸਾਰੀ ਘਟਨਾ ਮੁੜ ਕੇ ਆ ਕੇ ਸਮੁੱਚੇ ਨਿਹੰਗ ਭਾਈਚਾਰੇ ਦੇ ਨਾਲ ਜਿਹੜੀ ਗੁਰੂ ਦੀ ਲਾਡਲੀ ਫੌਜ ਉਹਦੇ ਨਾਲ ਆ ਕੇ ਜੁੜ ਜਾਂਦੀ ਹੈ। ਇੱਕ ਹੋਰ ਜਿਹੜੀ ਗੱਲ ਇਹ 'ਚ ਸਮਝਣੇ ਵਾਲੀ ਆ, ਦੇਖਣ ਵਾਲੀ ਆ ਕਿ ਬੀਜੇਪੀ ਕੋਈ ਖਾਸ ਏਜੰਡੇ ਤਹਿਤ ਇਹਦਾ ਇੱਕ ਤਾਂ ਇਹ ਆ ਵੀ ਜਸਵੀਰ ਸਮਝਣ ਵਾਲੀ ਗੱਲ ਆ ਵੀ ਇਹਦਾ ਇੱਕ ਤਾਂ ਏਜੰਡਾ ਅੱਜ ਦਾ ਨਹੀਂ। ਨੌਲੀ ਸਾਹਿਬ, ਭਾਜਪਾ ਦਾ ਏਜੰਡਾ ਕੀ ਹੈ ਇਹ ਆਪਾਂ ਕਈ ਵਾਰੀ ਚਰਚਾ ਕੀਤੀ। ਉਹ ਤਾਂ ਪਤਾ ਹੀ ਹੈ ਸੱਤਾ 'ਚ ਬੈਠੀ ਹੈ ਤੇ ਸੱਤਾ ਭਾਜਪਾ ਦੀ ਥਾਂ ਤੇ ਜੇ ਕਾਂਗਰਸ ਵੀ ਹੁੰਦੀ ਨਾ ਉਹਦੇ ਖਿਲਾਫ ਵੀ ਇਹ ਅੰਦੋਲਨ ਹੁੰਦਾ ਤੇ ਹੋ ਸਕਦਾ ਕਾਂਗਰਸ ਦੀਆਂ ਕਿਸੇ ਹੋਰ ਤਰੀਕੇ ਦੀਆਂ ਨੀਤੀਆਂ ਕੁੱਲ ਮਿਲਾ ਕੇ ਅੰਦੋਲਨ ਨੂੰ ਖਤਮ ਕਰਨ ਵਾਲੀਆਂ ਹੋਣੀਆਂ ਸੀ। ਪਰ ਇਹ ਫੈਸਲਾ ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ ਸਿਧਾਂਤਾਂ ਦੇ ਤੌਰ ਤੇ ਜਿਹੜਾ ਸਿੱਖੀ ਸਿਧਾਂਤਾਂ ਦੇ ਤੌਰ ਤੇ ਕਿਸ ਤਰੀਕੇ ਦਾ ਪ੍ਰਭਾਵ ਪਾਇਆ। ਉੱਥੇ ਆ ਰਿਹਾ ਕਿਉਂਕਿ ਜਿਹੜੀ ਗੱਲ ਅੱਗੇ ਆਪਾਂ ਭਾਵੇਂ ਕਰ ਲਈ ਸੀ ਕਿਉਂਕਿ ਹੁਣ ਵੀ ਉਹਦੇ ਨਾਲ ਜੁੜਦੀ ਆ ਜੀ ਕਿ ਬੀਜੇਪੀ ਦਾ ਏਜੰਡਾ ਪੰਜਾਬ ਪ੍ਰਤੀ ਇਦਾਂ ਦਾ ਹੈਗਾ ਵੀ ਉਹ ਲੰਮਾ ਸੋਚ ਕੇ ਚੱਲ ਰਹੀ ਆ, ਉਹ ਹੁਣ ਦੀ ਨਹੀਂ ਚੱਲ ਰਹੀ। ਨਿਹੰਗ ਜਥੇਬੰਦੀਆਂ ਦੇ ਵਿੱਚ ਜਿਹੜੀ ਉਹਨੇ ਘੁਸਪੈਠ ਕੀਤੀ ਹੈਗੀ ਆ ਇਹ ਬੜੀ ਪੁਰਾਣੀ ਹੈ ਜੀ। ਇਹਦੇ ਨਾਲ ਹੀ ਉਹਨਾਂ ਨੇ ਜਿਹੜਾ ਇੱਕ ਜਾਤੀ ਦਾ ਕਾਰਡ ਖੇਡਿਆ ਉਹ ਵੀ ਬਹੁਤ ਖਤਰਨਾਕ ਆ ਕਿਉਂਕਿ ਬੀਜੇਪੀ ਜਾਤੀ ਦਾ ਕਾਰਡ ਖੇਡਣਾ ਚਾਹੁੰਦੀ ਹੈ। ਤੇ ਉਹ ਨਿਹੰਗ ਜਥੇਬੰਦੀਆਂ ਜਦੋਂ ਫੋਟੋ ਸਾਹਮਣੇ ਆ ਗਈਆਂ, ਜਿਹੜੀ ਪਹਿਲਾਂ ਗੱਲ ਕੀਤੀ ਵੀ ਬੋਲੇ ਕਿਉਂ ਨਹੀਂ, ਕਿਉਂਕਿ ਉਹਨਾਂ ਨੇ ਵਿੱਚ ਘੁਸਪੈਠ ਕੀਤੀ ਹੋਈ ਤਾਂ ਸਾਰਾ ਕੁਝ ਨੰਗਾਂ ਦੇ ਸਿਰ ਤੇ ਮੜਨਾ ਚਾਹੁੰਦੇ ਸੀ ਜੀ। ਪੂਰੇ ਸਿੱਖ ਕੌਮ ਨੂੰ, ਪੂਰੇ ਪੰਜਾਬੀਆਂ ਨੂੰ ਦੁਨੀਆ ਦੇ ਵਿੱਚ ਭੰਡਣਾ ਚਾਹੁੰਦੇ ਸੀ। ਉੱਦਾਂ ਦਾ ਜਿੱਦਾਂ ਵੀ ਆ ਦੇਖੋ ਤਾਲਿਬਾਨ ਇੱਦਾਂ ਕਰਦੇ ਸੀ ਤੇ ਹੁਣ ਇਹ ਉਦੋਂ ਘੱਟ ਨਹੀਂ ਜੀ। ਉਹਨਾਂ ਦਾ ਨਿਸ਼ਾਨਾ ਇੱਧਰ ਨੂੰ ਸੀ ਜਿਹੜਾ ਕਿ ਬੀਜੇਪੀ ਦੇ ਉਹ ਸਾਹਮਣੇ ਤਸਵੀਰਾਂ ਆਉਣ ਨਾਲ ਸਾਰਾ ਉਹ ਫੇਲ ਹੋ ਗਿਆ ਜੀ। ਹੁਣ ਜਿਹੜਾ ਕਿਉਂਕਿ ਉੱਥੋਂ ਜਦ ਦੇਖੋ ਤੁਸੀਂ ਵੀ ਬੀਜੇਪੀ ਦੇ ਲੀਡਰ ਨਿਹੰਗਾਂ ਨੂੰ ਕਿਉਂ ਉਠਾਉਣਾ ਚਾਹੁੰਦੇ ਆ, ਉੱਥੋਂ ਕਹਿੰਦੇ ਵੀ ਤੁਸੀਂ ਹਟ ਜਾਓ 10 ਲੱਖ ਰੁਪਏ ਲੈ ਲਓ ਜੀ। ਇਹ ਬੜੀ ਖਤਰਨਾਕ, ਉਹ ਇਸੇ ਢੰਗ ਨਾਲ ਚਾਹੁੰਦੇ ਵੀ ਨਿਹੰਗ ਜਿਹੜਾ ਆ ਜੇ ਉਹ ਬੰਦਾ ਉੱਦਾਂ 1000 10,000 ਵੀ ਹੋਵੇ ਤੇ ਨਿਹੰਗ 10 ਵੀ ਹੋਣ ਜੀ ਤੇ ਉਹਦਾ ਕੋਈ ਮੁਕਾਬਲਾ ਨਹੀਂ ਹੁੰਦਾ। ਕਿਉਂਕਿ ਜਿੱਦਾਂ ਪੱਥਰਬਾਜ਼ੀ ਹੋਈ ਤੇ ਜਿੱਦਾਂ ਨਿਹੰਗਾਂ ਨੇ ਐਕਸ਼ਨ ਕੀਤਾ ਜੀ ਉਹਦੇ ਤੋਂ ਡਰ ਗਏ। ਦੂਜੀ ਵੱਡੀ ਗੱਲ ਜਿਹੜਾ ਹੁਣ ਉਹਨਾਂ ਨੂੰ ਬਦਨਾਮ ਕਰਨ ਦਾ ਹੋਇਆ ਸੀ ਤੇ ਹੁਣ ਜਿਹੜਾ ਆਪ ਉਹਨਾਂ ਨੇ ਫੈਸਲਾ ਲੈ ਲਿਆ ਕਿਉਂਕਿ ਬੇਅਦਬੀ ਦਾ ਇਹਦੇ ਨਾਲ ਜੁੜਿਆ ਹੋਇਆ ਮਸਲਾ ਜੀ। ਬਿਲਕੁਲ, ਇੱਕ ਤਾਂ ਇਹ ਗੱਲ ਹੈਗਾ ਵੀ ਇਹ ਸਾਰਾ ਕੁਝ ਜਿਹੜਾ ਸਿੱਖ ਸਿਧਾਂਤਾਂ ਬਾਰੇ ਫੈਸਲਾ ਕਰਨ ਦਾ ਅਧਿਕਾਰ ਜਿਹੜਾ ਹੈਗਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਹੈਗਾ ਜੀ। ਉਹਨਾਂ ਦੇ ਹੀ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਹੀ ਰਹਿਨੁਮਾਈ ਜਾਣੀ ਕਿ ਸਿੱਖ ਕੌਮ ਦੀ ਕਰਦਾ ਹੈਗਾ। ਬਿਲਕੁਲ, ਉਹਨਾਂ ਨੇ ਕਮੇਟੀਆਂ ਵੀ ਇਹਦੇ ਬਾਰੇ ਬਕਾਇਦਾ ਬਣਾਈਆਂ ਹੋਈਆਂ। ਜਦੋਂ ਬੇਅਦਬੀਆਂ ਹੋਈਆਂ ਸੀ ਉਦੋਂ ਵੀ ਉਹਨਾਂ ਨੇ ਸਿੰਘ ਸਾਹਿਬ ਸੀਸੀਟੀਵੀ ਕੈਮਰੇ ਲਗਾਉਣ ਦਾ ਸਾਰਾ ਕੁਝ ਹੋਇਆ। ਹਾਲਾਂਕਿ ਉਹ ਕਿੱਦਾਂ ਦਾ ਉਹਨਾਂ ਦੀਆਂ ਰਿਪੋਰਟਾਂ ਆਈਆਂ ਤੇ ਉਹ ਸਾਰਾ ਕੁਝ ਅਜੇ ਚੱਲ ਹੀ ਰਿਹਾ ਕੰਮ ਜਾਣੀ ਕਿ ਜੀ। ਪਰ ਜਿਹੜਾ ਐਲਾਨ ਅੱਜ ਨਿਹੰਗ ਜਥੇਬੰਦੀਆਂ ਨੇ ਉੱਥੇ ਜਿਹੜਾ ਇਕੱਠ ਕਰਕੇ ਕੀਤਾ ਹੈਗਾ
ਮੈਨੂੰ ਲੱਗਦਾ ਵੀ ਇਹਦੇ ਨਾਲ ਜਿਹੜਾ ਹੈਗਾ ਉਹ ਜਿਹੜੀ ਸਥਿਤੀ ਹੈਗੀ ਆ ਉਹ ਕਿਤੇ ਨਾ ਕਿਤੇ ਤਣਾਅਪੂਰਨ ਬਣ ਸਕਦੀ ਹੈ, ਕਿਉਂਕਿ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਸਾਰਾ ਕੁਝ ਠੀਕ ਠਾਕ ਹੈਗਾ ਚੱਲਦਾ, ਉਹ ਪ੍ਰਬੰਧਕ ਵੀ ਹੈਗੇ ਆ। ਹੁਣ ਲੋਕ ਜਦੋਂ ਦੀਆਂ ਬੇਅਦਬੀਆਂ ਹੋਈਆਂ ਸਤਰਕ ਵੀ ਹੋਏ ਆ, CCTV ਕੈਮਰੇ ਵੀ ਲਗਾਏ ਆ, ਪਾਠੀ ਸਿੰਘ ਵੀ ਰੱਖੇ ਹੋਏ ਆ। ਪਰ ਇਹ ਤੁਸੀਂ ਦੇਖੋ ਵੀ ਉਸ ਗੱਲ ਨਾਲ ਜੋੜ ਕੇ ਇਹਨੂੰ ਤੁਸੀਂ ਮਾਹੌਲ ਨੂੰ ਲੈ ਕੇ ਕਿੱਧਰ ਜਾ ਰਹੇ ਹੋ। ਇਹਦਾ ਮਤਲਬ ਇਹ ਮੰਨ ਲਈਏ ਤੁਹਾਡੇ ਜਵਾਬ ਦੇ ਮੁਤਾਬਕ ਕਿ ਨਿਹੰਗ ਸਿੰਘ ਉਸ ਟਰੈਪ ਦੇ ਵਿੱਚ ਆ ਗਿਆ ਜਿਹੜਾ ਟਰੈਪ BJP RSS ਨੇ ਬਣਾਇਆ। ਦੇਖੋ ਸਾਰੇ ਨਿਹੰਗ ਸਿੰਘ ਨਹੀਂ ਹੈਗੇ, ਕੁਛ ਬੰਦੇ ਉਹਨਾਂ ਦੇ ਸੰਪਰਕ 'ਚ ਹੈਗੇ ਆ ਜੀ, ਭਾਵੇਂ ਉਹ ਹਜੇ ਉਹ ਕਿੱਦਾਂ ਦੇ ਹੈਗੇ ਆ, ਇਹ ਗੱਲਾਂ ਸਾਹਮਣੇ ਆਉਣਗੀਆਂ ਜੀ। ਇਹ ਜਿਹੜੀ ਦੇਖੋ ਤਸਵੀਰ ਆ, ਹੁਣ ਇਹ ਦੱਸੋ ਤਸਵੀਰ ਉਹ ਕਿੱਦਾਂ ਬਾਹਰ ਆ ਗਈ। ਆਖਰ ਤਾਂ ਕਿਸੇ ਨੇ ਇਹਨੂੰ ਸੋਚ ਸਮਝ ਕੇ ਹੀ ਬਾਹਰ ਕੀਤਾ ਹੈਗਾ। ਹੁਣ ਉਹੀ ਗੱਲ ਜਿਹੜੀ ਵੀ ਇਸ ਤਸਵੀਰ ਦਾ ਖੰਡਨ ਜਾਂ ਟਿੱਪਣੀ ਜਾਂ ਕੋਈ ਬਿਆਨ BJP ਨੇ ਨਹੀਂ ਕੀਤਾ। ਨੌਲੇਜ ਸਾਹਿਬ, ਮੈਂ ਸਵਾਲ ਮੈਂ ਉੱਥੇ ਹੀ ਰੱਖਣਾ ਚਾਹੁੰਦਾ, ਮੈਂ ਉਹੀ ਜਵਾਬ ਮੈਂ ਉੱਥੇ ਹੀ ਚਾਹੁੰਦਾ ਹਾਂ ਕਿ ਕੱਲ ਜਦੋਂ ਇਹ ਤਸਵੀਰਾਂ ਸਾਹਮਣੇ ਆਉਣਗੀਆਂ, ਉਹ ਤਸਵੀਰ ਤਾਂ ਆ ਗਈ, ਟਿੱਪਣੀ ਜਿਹਦੇ 'ਚ ਨਹੀਂ ਕੀਤੀ, ਭੜਕ ਨੂੰ ਕਿਤੇ ਹੋਰ ਵਾਪਰਦਾ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਅੱਗੇ ਬੇਅਦਬੀ ਦੀ ਘਟਨਾ ਨਹੀਂ ਵਾਪਰਨੀ, ਕਿਉਂਕਿ ਇਹ ਸਿਲਸਿਲਾ ਜਿਸ ਤਰੀਕੇ ਨਾਲ ਸ਼ੁਰੂ ਹੋਇਆ ਇਹ ਬੜਾ ਖਤਰਨਾਕ ਸਿਲਸਿਲਾ ਆ, ਨਹੀਂ ਹੋਣਾ ਚਾਹੀਦਾ ਪਰ ਫਿਰ ਵੀ ਹੋ ਰਿਹਾ, ਲਗਾਤਾਰ ਹੋ ਰਿਹਾ, ਕਈ ਥਾਵਾਂ 'ਤੇ ਚੀਜ਼ਾਂ ਹੁੰਦੀਆਂ ਨੇ। ਤੇ ਕੱਲ ਫਿਰ ਜੇ ਨਿਹੰਗ ਸਿੰਘ ਉੱਥੇ ਤੁਹਾਨੂੰ ਨਜ਼ਰ ਆਉਣਗੇ ਗ੍ਰੰਥੀ ਸਿੰਘ ਦੇ ਨਾਲ ਕੁੱਟਮਾਰ ਕਰਦਿਆਂ, ਤਸਵੀਰਾਂ ਤੁਹਾਨੂੰ ਸਤਿਕਾਰ ਕਮੇਟੀ ਵਾਲੀਆਂ ਵੀ ਚੇਤੇ ਆਉਣਗੀਆਂ ਕਿ ਜਿੱਦਾਂ ਉੱਥੇ ਇੱਕ ਜਗ੍ਹਾ ਦੇ ਉੱਤੇ ਉਹਨਾਂ ਨੇ ਪਾਠ ਰੱਖਿਆ ਸੀਗਾ ਤੇ ਉਹਦੇ ਤੋਂ ਬਾਅਦ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ, ਉਹਨਾਂ ਦੇ ਬਜ਼ੁਰਗ ਪਾਠੀ ਕੁੱਟੇ ਸੀਗੇ, ਬਹੁਤ ਬੁਰੀ ਤਰ੍ਹਾਂ ਕੁੱਟੇ ਗਏ। ਤੇ ਫਿਰ ਉਹੀ ਤਸਵੀਰਾਂ ਜਦੋਂ ਇਹ ਕਰਦੇ ਨਜ਼ਰ ਆਉਣਗੇ ਉਹ ਵੀਡੀਓ ਬਣਦੀ, ਕਿਉਂਕਿ ਵੀਡੀਓ ਵੀ ਬਣੇਗੀ ਉਹਨਾਂ ਚੀਜ਼ਾਂ ਦੀ, ਕੀ ਸੰਕੇਤ ਜਾਏਗਾ ਸਾਡਾ ਵਿਸ਼ਵ ਦੇ ਵਿੱਚ, ਕੀ ਸੰਕੇਤ ਜਾਏਗਾ ਉਹਦਾ? ਬਿਲਕੁਲ ਜੀ, ਦੇਖੋ ਇਹਦੇ ਵਿੱਚ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦਖਲ ਦੇਣਾ ਚਾਹੀਦਾ, ਕਿਉਂਕਿ ਆਖਰ ਉਹੀ ਸਾਡੀ ਜਿਹੜੀ ਸਰਮੌਰ ਜਥੇਬੰਦੀ ਹੈਗੀ ਆ, ਉਹਨੇ ਹੀ ਸਿੱਖ ਪੂਰੇ ਸਮੁੱਚੇ ਸਿੱਖ ਜਗਤ ਨੂੰ ਦਿਸ਼ਾ ਨਿਰਦੇਸ਼ ਦੇਣੇ ਹੈਗੇ ਜੀ। ਇਹ ਜਿਹੜਾ ਆਪ ਮੁਹਾਰਾ ਹੋ ਕੇ ਸਤਿਕਾਰ ਕਮੇਟੀ ਵੀ ਉਹੀ ਕਰਦੀ ਸੀ, ਆਪ ਮੁਹਾਰਾ ਹੋ ਕੇ ਜਦੋਂ ਦੇਖਿਆ ਵੀ ਇਹ ਮਾੜਾ ਮੋਟਾ ਵੀ ਜੇ ਕਿਸੇ ਨੇ ਕਿਤੇ ਖੇਤਾਂ ਵਿੱਚ ਵੀ ਪਾਠ ਰਖਾਇਆ ਹੈਗਾ, ਉਹ ਕਹਿੰਦੇ ਜੀ ਤੁਸੀਂ ਜਠੇਰਿਆਂ ਦੇ ਪਾਠ ਰਖਾਇਆ, ਇੱਥੇ ਮਟੀ ਆ, ਇੱਦਾਂ ਦੀਆਂ ਗੱਲਾਂ ਦਾ ਬਹਾਨਾ ਬਣਾ ਕੇ ਜੀ ਜਿਹੜਾ ਸਿੱਖੀ ਦਾ ਪ੍ਰਚਾਰ ਗੁਰਬਾਣੀ ਦਾ ਹੋ ਰਿਹਾ ਸੀ ਉਹ ਕਾਫੀ ਹੱਦ ਤੱਕ ਹੁਣ ਰੁਕ ਗਿਆ। ਲੋਕ ਡਰ ਗਏ, ਜਿਹੜੇ ਚੰਗੇ ਭਲੇ ਵੀ ਸੀ ਜੀ, ਜਿਨ੍ਹਾਂ ਦੇ ਜਿਹੜੇ ਲੋਕ ਰਹਿੰਦੇ ਖੇਤਾਂ 'ਚ ਆ, ਜਿਨ੍ਹਾਂ ਦਾ ਘਰ-ਬਾਰ ਵੀ ਉੱਥੇ ਹੀ ਆ, ਉਹ ਆਪਣੇ ਘਰਾਂ 'ਚ ਉੱਥੇ ਕਿਉਂ ਨਹੀਂ ਕਰਾ ਸਕਦੇ ਜੀ। ਫਿਰ ਹੋਰ ਕਈ ਗੱਲਾਂ ਦੇ ਵਿੱਚ ਉਹਨਾਂ ਨੇ ਜਿਹੜੀਆਂ ਵੀ ਤੁਸੀਂ ਘਰ ਵਿੱਚ ਨਹੀਂ ਰੱਖ ਸਕਦੇ ਗੁਰੂ ਗ੍ਰੰਥ ਸਾਹਿਬ, ਉਹਦਾ ਮਾਣ ਮਰਿਆਦਾ ਦੇਖਣੀ, ਮਾਣ ਮਰਿਆਦਾ ਤਾਂ ਹਰ ਇੱਕ ਦਾ ਰੱਖਣਾ ਪਹਿਲਾ ਫਰਜ਼ ਆ। ਬਿਲਕੁਲ, ਤੁਹਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈ, ਉਹਦੀ ਜ਼ਿੰਮੇਵਾਰੀ ਬਣਦੀ ਹੈ, ਉਹ ਰੱਖਣੀ ਚਾਹੀਦੀ ਹੈ। ਉਦੋਂ ਬਿਨਾਂ ਤੁਸੀਂ ਜੇ ਨਹੀਂ ਰੱਖੋਗੇ ਫਿਰ ਉਹ ਤੁਸੀਂ ਕਿਸੇ ਵੀ ਗੁਰੂ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਤੇ ਉਹਨਾਂ ਸਰੂਪ ਉੱਥੇ ਦੇ ਸਕਦੇ ਆ ਜੀ। ਪਰ ਜਦੋਂ ਤੁਸੀਂ ਜਾਣ-ਬੁੱਝ ਕੇ ਇੱਕ ਧੌਂਸ ਪੈਦਾ ਕਰਨ ਦੇ ਲਈ, ਇੱਕ ਡਰ ਪੈਦਾ ਕਰਨ ਲਈ, ਇੱਕ ਦਹਿਸ਼ਤ ਪੈਦਾ ਕਰਨ ਦੇ ਲਈ ਇਹ ਕੰਮ ਕਰਦੇ ਆ, ਉਹਦੇ ਨਾਲ ਜਿਹੜਾ ਹੈਗਾ ਉਹ ਸਮੁੱਚੇ ਸਿੱਖ ਜਗਤ ਨੂੰ ਜਿਹੜੀ ਕੀ ਆ ਉਹ ਢਾਹ ਲੱਗਦੀ ਆ ਜੀ। ਇਹ ਜਿਹੜੇ ਕੁਛ ਮੈਂ ਪਹਿਲਾਂ ਵੀ ਆਪਾਂ ਕਹਿ ਚੁੱਕੇ ਹਾਂ ਵੀ ਕੁਛ ਨਿਹੰਗ ਜਥੇਬੰਦੀਆਂ ਦੇ ਜਿਹੜੇ ਲੋਕ ਆ ਵਿੱਚੋਂ ਹੈਗੇ ਆ, ਉਹ BJP ਦੇ ਸੰਪਰਕ 'ਚ ਹੈਗੇ ਆ ਜੀ। ਉਹਨਾਂ ਦੇ ਇੱਥੋਂ ਤੱਕ ਵੀ ਜਦੋਂ ਹੁਣ ਦੇਖੋ ਅਡਵਾਨੀ ਤਾਂ ਬਿਲਕੁਲ ਖੁੱਡੇ ਲੱਗਾ ਹੋਇਆ, ਜਦੋਂ ਉਹ ਸਰਗਰਮ ਸੀ ਉਦੋਂ ਵੀ ਉਹਨਾਂ ਦੇ ਸੰਬੰਧ ਜਿਹੜੇ ਸੀ ਕੁਛ ਨਿਹੰਗ ਜਥੇਬੰਦੀਆਂ ਦੇ ਆਗੂਆਂ ਜਾਂ ਵਿੱਚ ਜਿਹੜੇ ਕਾਰਕੁਨ ਹੈਗੇ ਆ ਉਹਨਾਂ ਦੇ ਨਾਲ ਉਹਨੇ ਜੁੜੇ ਹੋਏ ਸੀ ਜੀ। ਹੁਣ ਇੱਦਾਂ ਹੀ BJP ਜਿਹੜਾ ਇਹ ਤੁਸੀਂ ਦੇਖੋ ਵੀ ਇਹ ਘਟਨਾ ਵਾਪਰਦੀ ਆ, ਇਸ ਘਟਨਾ ਦੇ ਨਾਲ ਦਲਿਤ ਪੱਤਾ ਖੇਡਿਆ ਜਾ ਰਿਹਾ। ਬਿਲਕੁਲ, ਦਲਿਤ ਪੱਤਾ ਵੀ ਉਹ ਲਖਵੀਰ ਸਿੰਘ ਤਾਂ ਦਲਿਤ ਸੀ, ਦੱਸੋ ਕਿਹੜੇ ਬੰਦੇ ਨੇ ਉਸ ਜਦੋਂ ਇਹ ਬੇਅਦਬੀ ਦੀ ਗੱਲ ਹੋਈ ਆ ਕਿਸੇ ਨੇ ਜਾਤ ਦੀ ਗੱਲ ਕੀਤੀ? ਪਰ ਇਹ ਕੱਲਾ ਪੁੱਛ ਕੇ ਥੋੜੀ ਮਾਰਿਆ ਹੋਏਗਾ ਕਿ ਪਹਿਲਾਂ ਤੂੰ ਇਹ ਦੱਸ ਤੇਰੀ ਜ਼ਾਤ ਕਿਹੜੀ ਹੈ ਫਿਰ ਤੈਨੂੰ ਮਾਰਾਂਗੇ। ਇਹ ਗੱਲ ਆਈ ਕਿੱਧਰੋਂ, ਇਹਦੀ ਪਛਾਣ ਹੋਈ ਕਿੱਦਾਂ? ਉਹ ਸਿਰਫ ਤੇ ਸਿਰਫ ਤੁਸੀਂ ਨੋਟ ਕਰੋ, ਕਿਤੇ ਵੀ ਕਿਸੇ ਪਾਸਿਓਂ ਵੀ ਪ੍ਰਤੀਕਰਮ ਇਦਾਂ ਦਾ ਕਿਸੇ ਨੇ ਵੀ ਨਹੀਂ ਕੀਤਾ, ਕਿਸੇ ਪੰਜਾਬ ਦੀ ਦਲਿਤ ਜਥੇਬੰਦੀ ਨੇ ਵੀ ਦਲਿਤ ਸਾਡਾ ਭਾਈਚਾਰੇ 'ਚੋਂ ਮਾਰਦਾ, ਸਿਰਫ ਤੇ ਸਿਰਫ BJP ਦੇ ਲੀਡਰਾਂ ਨੇ ਕੀਤਾ ਜੀ। ਔਰ ਉਹ ਇੱਕ ਏਜੰਡੇ ਤਹਿਤ ਚੱਲ ਰਹੇ ਆ ਕਿ ਪੰਜਾਬ ਦੇ ਵਿੱਚ ਦਲਿਤਾਂ ਤੇ ਜੱਟ ਸਿੱਖਾਂ ਨੂੰ ਆਮੋ ਸਾਹਮਣੇ ਲਿਆ ਕੇ ਖੜੇ ਕਰ। ਇਹ ਖਤਰਨਾਕ ਖੇਡ ਜਿਹੜੀ ਆ BJP ਖੇਡਣ ਜਾ ਰਹੀ ਆ, ਉਹ ਉਹਨਾਂ ਦੇ ਏਜੰਡੇ ਤੇ ਆ।
ਇਹਦੀ ਤਿਆਰੀ ਉਹਨਾਂ ਨੇ ਪਹਿਲਾਂ ਦੀ ਕੀਤੀ ਹੋਈ ਆ। ਹੁਣ ਇਹਦੇ ਵਿੱਚ ਭੂਮਿਕਾ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਥਕ ਧਿਰਾਂ, ਉਹ ਸਿੱਖ ਚਿੰਤਕ ਜਿਹੜੇ ਸਹੀ ਮਾਇਨਿਆਂ 'ਚ ਸਿੱਖੀ ਸਿਧਾਂਤਾਂ ਦੀ ਗੱਲ ਕਰਦੇ ਆ, ਸਾਡੀ ਅਕੀਦਤ ਦੀ ਗੱਲ ਕਰਦੇ, ਜਿਨ੍ਹਾਂ ਨੂੰ ਲੱਗਦਾ ਕਿ ਆਹ ਸਹੀ ਰਸਤਾ ਹੋ ਸਕਦਾ ਧਰਮ ਦੇ ਪ੍ਰਚਾਰ ਪ੍ਰਸਾਰ ਦਾ ਵੀ ਔਰ ਇਹਨਾਂ ਬੇਅਦਬੀਆਂ ਨੂੰ ਰੋਕਣ ਦਾ ਵੀ, ਜਿਹੜਾ ਉਹ ਤਾਲੀਬਾਨਾ ਨਾ ਹੋਵੇ ਬਲਕਿ ਉਹਦੇ ਵਿੱਚੋਂ ਵੀ ਧਰਮ ਦੀ ਜਿਹੜੀ ਆ ਉਹ ਕਹਿ ਸਕਦੇ ਕਿ ਸਰਬ ਦੇ ਭਲੇ ਵਾਲੀ ਭਾਅ ਜਿਹੜੀ ਉਹ ਮਿਲਦੀ ਨਜ਼ਰ ਆਵੇ, ਉਹ ਉਹਦੀ ਜ਼ਿੰਮੇਵਾਰੀ ਬਣਦੀ ਆ। ਲੱਗਦਾ ਕਿ ਉਹਨੂੰ ਹੁਣ ਅੱਗੇ ਆਣ ਕੇ ਇਸ ਪਾਸੇ ਵੱਲ ਕੋਈ ਕਦਮ ਪੁੱਟਣਾ ਚਾਹੀਦਾ। ਜੇ ਨਿਹੰਗ ਜਥੇਬੰਦੀਆਂ ਵੀ ਕਰਦੇ ਆ, ਜੇ ਉਹ ਕਹਿੰਦੇ ਆ ਵੀ ਗ੍ਰੰਥੀ ਸਿੰਘ ਦੇ ਕੋੜੇ ਮਾਰੇ ਜਾਣਗੇ, ਤੁਸੀਂ ਉਹਨਾਂ ਤੋਂ ਲੱਗਦਾ ਵੀ ਜੇ ਤੈਨੂੰ ਗਲਤੀ ਹੋਈ ਆ, ਸਮਝਾਉਣ ਦੇ ਤਰੀਕੇ ਵੀ ਹੁੰਦੇ ਬਿਲਕੁਲ, ਪਰ ਜਿੱਦਾਂ ਦਾ ਅਕਸ ਇੱਕ ਤਰ੍ਹਾਂ ਨਾਲ ਧਾਰਨਾ ਬਣਾ ਦਿੱਤੀ ਗਈ ਨਿਹੰਗ ਸਿੰਘਾਂ ਦੀ ਵੀ ਜਿਹ ਸਹਿਜ ਦੇ ਨਾਂ ਦੀ ਕੋਈ ਉਹਨਾਂ ਦੇ ਵਿੱਚ ਅੰਸ਼ ਨਜ਼ਰ ਨਹੀਂ ਆਉਂਦਾ ਵੀ ਉਹ ਤਾਂ ਕਹਿਣਾ ਜੀ ਨਿਹੰਗ ਸਿੰਘ ਹੀ ਆਵੇ। ਨਹੀਂ, ਉਹਦੀਆਂ ਉਦਾਹਰਨਾਂ ਵੀ ਹੈ ਨਾ, ਉਹ ਕੋਈ ਇਦਾਂ ਵੀ ਨਹੀਂ ਹੈ, ਬਹੁਤੀਆਂ ਪੁਰਾਣੀਆਂ ਵੀ ਨਹੀਂ, ਤਾਜ਼ਾ ਉਦਾਹਰਣੀਆਂ ਵੀ। ਲਖਬੀਰ ਵਾਲਾ ਤੁਸੀਂ ਕਾਂਡ ਦੇਖ ਸਕਦੇ ਆ, ਉਹ ਇੱਕ ਪੁਲਿਸ ਵਾਲੇ ਦਾ ਗੁੱਟ ਵੱਢ ਦਿੱਤਾ ਸੀਗਾ, ਤੁਸੀਂ ਉਹ ਦੇਖ ਸਕਦੇ ਹੋ। ਇਦਾਂ ਦੀਆਂ ਕਈ ਉਦਾਹਰਨਾਂ ਦੇਖਣ ਨੂੰ ਮਿਲੀਆਂ। ਉਹੀ ਗੱਲ ਵੀ ਇਹ ਇਸੇ ਗੱਲ ਤੋਂ ਵੀ ਉਹਨਾਂ ਦਾ ਜਿਹੜਾ ਨਡਰਪੁਣਾ ਆ, ਜਿੱਦਾਂ ਉਹ ਬੇਬਾਕ ਹੋ ਕੇ ਲੜਦੇ ਆ, ਜੋ ਯੁੱਧ ਕਲਾ ਉਹਨਾਂ ਨੇ ਸਿੱਖੀ ਹੁੰਦੀ ਆ, ਖਾਸ ਕਰਕੇ ਗੱਤਕੇ ਦੀ, ਜੋ ਉਹ ਗੁਰੂ ਦੀਆਂ ਲੜਦੀਆਂ ਫੌਜਾਂ, ਉਹਨਾਂ ਨੂੰ ਐਵੇਂ ਨਹੀਂ ਕਿਹਾ ਜਾਂਦਾ। ਇਸ ਮੋਰਚੇ ਦੇ ਵਿੱਚ ਤੁਸੀਂ ਨਿਹੰਗ ਸਿੰਘ ਦੀ ਭੂਮਿਕਾ ਨੂੰ ਮਨਫੀ ਨਹੀਂ ਕਰ ਸਕਦੇ। ਨਹੀਂ, ਆਪਾਂ ਉਹਨਾਂ ਦੀ ਭੂਮਿਕਾ ਵੀ ਮਨਫੀ ਨਹੀਂ ਕਰਦੇ, ਉਹਨਾਂ ਦੀ ਧਾਰਮਿਕ ਤੌਰ ਤੇ ਮਹੱਤਤਾ ਨੂੰ ਵੀ ਨਹੀਂ ਮਨਫੀ ਕਰਦੇ। ਆਪਾਂ ਤਾਂ ਉਸ ਜਿਹੜਾ ਫੈਸਲਾ ਲਿਆ ਗਿਆ ਉਹਦੇ ਉੱਤੇ ਗੱਲ ਕਰਦੇ ਕਿ ਇਹ ਫੈਸਲਾ ਕਿੰਨਾ ਕੁ ਵਾਜਬ ਹੈ ਤੇ ਇਹਦਾ ਪ੍ਰਭਾਵ ਕੀ ਪਏਗਾ, ਕਿਉਂਕਿ ਇੱਕ ਵੀ ਕਦਮ ਤੁਹਾਡਾ ਨਾ ਕਈ ਤਰੀਕੇ ਦੇ ਤੁਹਾਡੇ ਚਿਹਰੇ ਮੋਰੇ ਲੈ ਕੇ ਜਾਂਦਾ, ਭਵਿੱਖ ਦੇ ਲਈ ਜਿਹੜਾ ਉਹ ਪ੍ਰਸ਼ਨ ਚਿੰਨ੍ਹ ਖੜੇ ਕਰਦਾ, ਜਾਂ ਤਾਂ ਤੁਹਾਨੂੰ ਅੱਗੇ ਲੈ ਜਾਂਦਾ ਜਾਂ ਤੁਹਾਨੂੰ ਬਹੁਤ ਪਿੱਛੇ ਲੈ ਜਾਂਦਾ। ਦੇਖੋ, ਜਿਹੜੀ ਪਹਿਲਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਵੀ ਇਹ ਸਾਰੇ ਫੈਸਲੇ ਲੈਣ ਦੇ ਅਧਿਕਾਰ ਜਿਹੜੇ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਸਰਬੱਤ ਖਾਲਸਾ ਬੁਲਾਇਆ ਜਾ ਸਕਦਾ, ਪ੍ਰਬੰਧਕ ਕਮੇਟੀ ਕੋਲ ਹੈਗੇ ਆ, ਸਾਰਾ ਕੁਝ ਕੀਤਾ ਜਾ ਸਕਦਾ। ਔਰ ਕਮੇਟੀ ਜਿਹੜੀ ਬਣੀ ਵੀ ਹੋਈ ਆ ਉਹਦੇ ਨੋਟਿਸ ਵਿੱਚ ਲਿਆਂਦਾ ਜਾ ਸਕਦਾ, ਕਾਨੂੰਨ ਹੈਗਾ ਜੀ। ਪਰ ਉਹ ਇਦਾਂ ਦਾ ਨਾ ਲੱਗੇ ਵੀ ਜਿਹੜਾ ਕਾਨੂੰਨ ਤੁਸੀਂ ਆਪਣੇ ਹੱਥ 'ਚ ਲੈ ਲਿਆ ਤੇ ਆਪ ਮੁਹਾਰੇ ਹੋ ਕੇ ਚਲ ਗਏ, ਤੇ ਉਹਦਾ ਪ੍ਰਭਾਵ ਕੱਲਾ ਉੱਥੇ ਨਹੀਂ ਪੈਣਾ ਜਿੱਥੇ ਘਟਨਾ ਵਾਪਰਦੀ ਆ, ਉਹਦਾ ਪ੍ਰਭਾਵ ਸਮੁੱਚੇ ਵਿਸ਼ਵ ਵਿੱਚ ਤੁਹਾਨੂੰ ਉਸ ਨਜ਼ਰੀਏ ਨਾਲ ਦੇਖਿਆ ਜਾਣਾ ਚਾਹੁੰਦਾ। ਜਿੱਥੇ ਤੁਸੀਂ ਦੇਖੋ ਬਾਹਰਲੇ ਦੇਸ਼ਾਂ ਵਿੱਚ, ਚਾਹੇ ਅਮਰੀਕਾ ਆ, ਚਾਹੇ ਕੈਨੇਡਾ ਆ, ਚਾਹੇ ਇੰਗਲੈਂਡ ਆ, ਆਸਟ੍ਰੇਲੀਆ ਆ, ਉੱਥੇ ਸਿੱਖ ਭਾਈਚਾਰੇ ਨੇ, ਪੰਜਾਬੀਆਂ ਨੇ ਆਪਣੀ ਮਿਹਨਤ ਕਰਕੇ ਵੱਡੇ ਵੱਡੇ ਰੁਤਬੇ ਹਾਸਲ ਕੀਤੇ ਹੋਏ ਆ ਜੀ। ਫਿਰ ਤੁਹਾਨੂੰ ਉਸ ਅਕਸ ਵਿੱਚੋਂ ਹੀ ਉਹ ਦੇਖਿਆ ਜਾਣਾ ਵੀ ਆਹ ਪੰਜਾਬੀ ਆ, ਇਹ ਕਿੱਥੇ ਪਹੁੰਚਾ ਹੈਗਾ, ਤੇ ਇੱਕ ਆਹ ਪੰਜਾਬੀ ਕਰਦੇ ਇਹ ਸਾਰਾ ਜਿਹੜਾ ਰਲਗੜ ਤੇ ਝੋਲਾ ਪੈਦਾ ਕੀਤਾ ਜਾ ਰਿਹਾ, ਇਹ ਇੱਕ ਡੂੰਘੀ ਸਾਜ਼ਿਸ਼ ਦਾ ਹਿੱਸਾ ਲੱਗ ਰਿਹਾ ਹੈਗਾ। ਇਹ ਜਿਹੜਾ ਕੰਮ ਪੰਜਾਬ 'ਚ ਤਣਾਅ ਪੈਦਾ ਕਰੂੰਗਾ, ਜਿਹਦੇ ਤੋਂ ਇਸ ਸਮੇਂ ਬਚਣ ਦੀ ਬਹੁਤ ਜ਼ਿਆਦਾ ਲੋੜ ਹੈ। ਬਚਣ ਦੀ ਲੋੜ ਆ, ਤਣਾਅ ਪੈਦਾ ਕੀਤਾ ਜਾ ਰਿਹਾ, ਇੱਕ ਸਾਜ਼ਿਸ਼ ਹੈ। ਪਰ ਇਹਦੇ ਪੈਰਲਲ ਉੱਥੇ ਹੀ ਸਰਹੱਦ ਦੇ ਪਰਲੇ ਪਾਸੇ, ਜਦੋਂ ਨਰੇਲਾ ਵਾਲੇ ਪਾਸੇ ਦੀ ਗੱਲ ਕਰਦੇ ਆ, ਦਿੱਲੀ ਵਾਲੇ ਪਾਸਿਓਂ ਰਾਤੀ ਅਚਾਨਕ ਪਤਾ ਨਹੀਂ ਕੀ ਹੋਇਆ, ਇੰਨੇ ਦਿਨਾਂ ਬਾਅਦ ਇੱਕ ਹਿੰਦ ਕਿਸਾਨ ਮਜ਼ਦੂਰ ਸਭਾ, ਸ਼ਾਇਦ ਉਹਦਾ ਨਾਮ ਆ, ਔਰ ਕਿਹਾ ਜਾਂਦਾ ਕਿ ਜਿਹੜੇ ਉਹਦੇ ਪ੍ਰਧਾਨ ਨੇ, ਮੁਖੀ ਨੇ, ਉਹ RSS ਦੇ ਬੰਦੇ ਆ। ਇੱਦਾਂ ਦੇ ਇਲਜ਼ਾਮ ਕਿਸਾਨ ਮੋਰਚੇ ਦੇ ਵਿੱਚੋਂ ਕਈਆਂ ਨੇ ਲਾਏ ਆ। ਉਹ ਇਕੱਠੇ ਹੋ ਕੇ ਆ ਜਾਂਦੇ ਆ। ਉਹਦੀ ਪਤਨੀ, ਉਹ ਪਤਨੀ ਜਿਹੜੀ 3-4 ਸਾਲ ਪਹਿਲਾਂ ਛੱਡ ਕੇ ਜਾ ਚੁੱਕੀ ਸੀ, ਉਹਨੂੰ ਨਾਲ ਲੈ ਕੇ, ਉਹਦੇ ਸਹੁਰੇ ਨੂੰ ਨਾਲ ਲੈ ਕੇ, ਤੇ ਕੁਝ ਹੋਰ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਆ ਜਾਂਦੇ ਕਿ ਅਸੀਂ ਉਸ ਜਗ੍ਹਾ ਤੇ ਹਵਨ ਕਰਨਾ ਹੈ ਜਿਹੜੀ ਜਗ੍ਹਾ ਤੇ ਉਹਨੂੰ ਕਤਲ ਕੀਤਾ ਗਿਆ। ਹੁਣ ਉਹਨੂੰ ਲੈ ਕੇ ਦਿੱਲੀ ਦੀ, ਕਿਉਂਕਿ ਪਰਲੇ ਪਾਸੇ ਤਾਂ ਬਿਲਕੁਲ ਬਲੌਕ ਕੀਤਾ ਹੋਇਆ ਰੋਡ, ਕਿੰਨੀ ਲੇਅਰ ਦੀ ਉਹਨਾਂ ਨੇ ਬੈਰੀਕੇਡਿੰਗ ਕੀਤੀ ਆ, ਪੱਥਰ ਲਾਏ ਆ, ਕੰਡਿਆਲੀਆਂ ਤਾਰਾਂ ਲਾਈਆਂ। ਜਦੋਂ ਉਹਨਾਂ ਨੇ ਥੋੜਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੇ ਡਾਂਗਾ ਵੀ ਭਰਾਈਆਂ। ਹੁਣ ਉੱਥੇ ਧਰਨਾ ਲਾ ਕੇ ਬੈਠੇ ਹੋਏ ਪੱਕੇ ਤੌਰ ਤੇ। ਇਹ ਕਿਸਾਨ ਅੰਦੋਲਨ ਦੇ ਆਗੂਆਂ ਦਾ ਕਹਿਣਾ ਹੈ ਕਿ RSS ਤੇ BJP ਦੀ ਇੱਕ ਸਾਜ਼ਿਸ਼ ਹੈ, ਜਾਣ ਬੁੱਝ ਕੇ ਉਹਨਾਂ ਨੂੰ ਭਰਮਾ ਕੇ ਇੱਥੇ ਲਿਆਂਦਾ ਜਾ ਰਿਹਾ ਤਾਂ ਕਿ ਇੱਥੇ ਟਕਰਾਅ ਪੈਦਾ ਕੀਤਾ ਜਾ ਸਕੇ, ਆਪਸ ਦੇ ਵਿੱਚ ਉਲਝਣ, ਉਹ RSS ਦੇ ਵਰਕਰ ਜਾਂ ਜਿਹੜੀ ਜਥੇਬੰਦੀ ਦਾ ਨਾਮ ਦਿੰਦੇ ਤੇ ਕਿਸਾਨ, ਤੇ ਇੱਥੇ ਹੋ ਹੱਲਾ ਮਚੇ, ਖੂਨ ਖਰਾਬਾ ਹੋਵੇ ਤੇ ਉਹਦਾ ਇੰਪੈਕਟ ਇਸ ਅੰਦੋਲਨ ਨੂੰ ਖਤਮ ਕਰਨ ਦੇ ਲਈ ਜਿਹੜਾ ਉਹ ਵਰਤਿਆ ਜਾ ਸਕੇ। ਹੁਣ ਉਹ ਜਿਹੜੀਆਂ ਚੀਜ਼ਾਂ ਵਾਪਰਦੀਆਂ ਨੇ ਬੜੀਆਂ ਹੈਰਾਨੀਕੁੰਨ ਨੇ। ਸਵਾਲ ਇਹ ਪੈਦਾ ਹੁੰਦਾ ਹੈ ਕਿ ਲਖਬੀਰ ਸਿੰਘ ਹੋਰਾਂ ਦੀ ਪਤਨੀ ਜਿਹੜੀ ਕਾਫੀ ਸਮੇਂ ਤੋਂ ਪਰਾਂ ਸੀਗੀ ਉਹਨਾਂ ਤੋਂ, ਠੀਕ ਆ, ਤਕਲੀਫ ਹੁੰਦੀ ਆ, ਤੁਹਾਡੇ ਰਿਸ਼ਤੇ ਚੰਗੇ ਹੋਣ ਮਾੜੇ ਹੋਣ, ਤੁਸੀਂ ਇਕੱਠੇ ਰਹਿੰਦੇ ਹੋਵੋ ਨਾ ਰਹਿੰਦੇ ਹੋਵੋ, ਦੂਰੀਆਂ ਵੀ ਹੋਣ ਤਾਂ ਵੀ ਤੁਹਾਡੀਆਂ ਸਾਂਝਾਂ ਹੁੰਦੀਆਂ ਨੇ, ਤੁਹਾਡੇ ਬੱਚੇ ਵੀ ਆ, ਆਖਰ ਨੂੰ ਤੁਸੀਂ ਉਹਨਾਂ ਦਾ ਭਵਿੱਖ ਵੀ ਦੇਖਣਾ। ਹੁਣ ਉਸ ਔਰਤ ਦਾ
ਕਿੱਦਾਂ ਅਪਰੋਚ ਬਣ ਜਾਂਦੀ ਮੁਜ਼ੱਫਰਨਗਰ ਦੀ ਉਸ ਜਥੇਬੰਦੀ ਨਾਲ ਤੇ ਉਹਨੂੰ ਨਾਲ ਲੈ ਕੇ ਇੱਥੇ ਤੱਕ ਆ ਜਾਂਦੇ? ਐਡਾ ਸੁਖਾਲਾ ਲੱਗਦਾ ਤੁਹਾਨੂੰ? ਨਹੀਂ ਜਸਵੀਰ ਜੀ, ਜਿਹੜੀ ਮੈਂ ਗੱਲ ਤੁਹਾਨੂੰ ਪਹਿਲਾਂ ਵੀ ਕੀਤੀ ਸੀ ਕਿ ਆਰਐਸਐਸ ਬਹੁਤ ਲੰਬੀ ਸੋਚ ਲੈ ਕੇ ਪੰਜਾਬ 'ਚ ਲੱਗੀ ਹੋਈ ਆ ਜੀ। ਉਹ ਟਿਕ ਕੇ ਕੁਝ ਗੱਲਾਂ ਸਾਹਮਣੇ ਆਉਂਦੀਆਂ, ਕੁਝ ਨਹੀਂ ਆਉਂਦੀਆਂ। ਇਹ ਨਹੀਂ ਵੀ ਜੇ ਜਿਹੜੀਆਂ ਸਾਹਮਣੇ ਆ ਗਈਆਂ ਉਹ ਉੱਥੋਂ ਤੱਕ ਹੀ ਹੈਗੀ, ਉਹ ਲਗਾਤਾਰ ਆਪਣੇ ਕੰਮ ਦੇ ਵਿੱਚ ਲੱਗੇ ਹੋਏ ਆ। ਪੰਜਾਬ ਦੇ ਪਿੰਡਾਂ ਵਿੱਚ, ਘਰਾਂ ਵਿੱਚ ਉਹ ਵੜ ਗਏ ਹੋਏ ਆ ਜੀ। ਤੁਸੀਂ ਦੱਸੋ ਵੀ ਜਿਹੜਾ ਲਖਵੀਰ ਸਿੰਘ ਆ ਉਹਦੇ ਪਰਿਵਾਰ ਦੇ ਬਹੁਤੇ ਮੈਂਬਰ ਅੰਮ੍ਰਿਤਧਾਰੀ ਆ ਤੇ ਤੁਸੀਂ ਉੱਦਾਂ ਵੀ ਪਿੰਡਾਂ ਵਿੱਚ ਦੇਖੋ, ਜੇ ਦਲਿਤ ਵੀ ਹੈਗੀ ਆ ਤਾਂ ਕੌਣ ਜੱਗ ਕਰਾਉਂਦਾ? ਬਿਲਕੁਲ। ਇਹ ਹੁੰਦਾ ਹੀ ਨਹੀਂ, ਇਹ ਪੰਜਾਬ ਵਿੱਚ ਹੋ ਹੀ ਨਹੀਂ ਰਿਹਾ ਕਦੇ ਵੀ। ਤੇ ਫਿਰ ਉਹਨੂੰ ਜਨਾਨੀ ਜਿਹੜੀ ਉਹ ਤੋਂ ਦੁਖੀ ਹੋ ਕੇ, ਕਿਉਂਕਿ ਨਸ਼ੇੜੀ ਸੀ, ਉਹਦੀਆਂ ਆਦਤਾਂ ਨਹੀਂ ਸੀ ਚੰਗੀਆਂ, ਕੁੱਟਦਾ ਮਾਰਦਾ ਸੀ, ਉਹ ਆਪਣੇ ਨਿਆਣਿਆਂ ਨੂੰ ਨਾਲ ਲੈ ਕੇ ਆਪਣੇ ਮਾਪਿਆਂ ਦੇ ਬੈਠੀ ਸੀ। ਜਿੱਦਣ ਇਹ ਘਟਨਾ ਵਾਪਰਦੀ ਹੈ ਤੇ ਫਿਰ ਉਹ ਇੱਥੇ ਆਉਂਦੀ ਹੈ। ਉਹ ਇੱਕ ਸਾਡਾ ਰਸਮੋ ਰਿਵਾਜ ਹੈਗਾ ਜਿਹੜਾ ਹੈਗਾ, ਜਿਹਨੂੰ ਅਸੀਂ ਨਹੀਂ ਛੱਡ ਸਕਦੇ। ਪਰ ਇਹ ਆਰਐਸਐਸ ਨਾਲ ਸੰਬੰਧਿਤ ਜਥੇਬੰਦੀ ਉਹਨੂੰ ਲਿਆ ਕੇ ਉੱਥੇ ਲੈ ਕੇ ਜਾਣਾ, ਇਹ 100% ਸਿੱਧੀ ਤੇ ਸਿੱਧੀ ਇੱਕ ਸ਼ਰਾਰਤ ਆ, ਜਿਹੜੀ ਕਿਸਾਨ ਮੋਰਚੇ ਨੂੰ ਬਦਨਾਮ ਕਰਨਾ ਚਾਹੁੰਦੀ ਆ। ਜਦੋਂ ਉੱਥੇ ਟਕਰਾਅ ਹੋਣਾ ਜੀ, ਉਹਦਾ ਅਸਰ ਤੇ ਪ੍ਰਭਾਵ ਜਿਹੜਾ ਹੈਗਾ ਪੰਜਾਬ ਵਿੱਚ ਵੀ ਹੋਣਾ। ਇਹ ਸਾਰੇ ਕਾਸੇ ਨੂੰ ਮੈਂ ਗੜਬੜ ਕਰਨਾ ਚਾਹੁੰਦਾ। ਮੈਂ ਤਦੇ ਇੱਕ ਗੱਲ ਸ਼ੁਰੂ 'ਚ ਜਿਹੜੀ ਕੀਤੀ ਸੀ ਕਿ ਇਸ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਪ੍ਰਧਾਨ ਮੰਤਰੀ ਜਾਂ ਕੋਈ ਤੋਮਰ ਜਾਂ ਅਮਿਤ ਸ਼ਾਹ ਇਹ ਨਹੀਂ ਹੈਗਾ, ਇਹ ਪਿੱਛੇ ਕੋਈ ਹੋਰ ਜਿਹੜੀਆਂ ਏਜੰਸੀਆਂ ਤੇ ਤਾਕਤਾਂ ਲੱਗੀਆਂ ਹੋਈਆਂ ਨੇ, ਉਹ ਆਪਣਾ ਪੂਰਾ ਟਿੱਲ ਲਾ ਰਹੀਆਂ ਨੇ। ਇਹ ਨਹੀਂ ਵੀ ਉਹ ਥੱਕ ਗਈਆਂ, ਇੱਕ ਵਾਰੀ ਹੋਇਆ, 2 ਵਾਰੀ ਹੋਇਆ, 3 ਵਾਰੀ ਹੋਇਆ, ਕਿੰਨੇ ਵਾਰ ਉਹਨਾਂ ਨੇ ਇਸ ਕਿਸਾਨ ਅੰਦੋਲਨ ਦੇ ਕੀਤੇ ਆ, ਜਿਹੜਾ ਕਿ ਸ਼ਾਂਤਮਈ ਆ। ਜੀ। ਭੜਕਾਹਟ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਆ ਤਾਂ ਕਿ ਉਹ ਪ੍ਰਵੋਕ ਹੋ ਕੇ ਆਮੋ ਸਾਹਮਣੇ ਲੜਾਈ ਲੱਗੇ। ਹੁਣ ਤੁਸੀਂ ਦੱਸੋ ਵੀ ਆਮੋ ਸਾਹਮਣੇ ਲੜਾਈ ਦੇ ਵਿੱਚ ਜੇ ਨਿਹੰਗ ਜਥੇਬੰਦੀਆਂ ਦੇ ਸਿੰਘ ਜੀ ਘੋੜਿਆਂ 'ਤੇ ਸਵਾਰ ਹੋ ਕੇ ਮੋਹਰੇ ਟੱਕਰਦੇ ਤੇ ਫਿਰ ਦੱਸੋ ਕੌਣ ਮੋਹਰੇ ਖੜੂਗਾ? ਬਿਲਕੁਲ। ਇਸੇ ਕਰਕੇ ਉਹ ਹੋਰ ਕਿਸੇ ਨੂੰ ਨਹੀਂ ਕਿਹਾ, ਬੀਜੇਪੀ ਨੇ ਨਿਹੰਗ ਜਥੇਬੰਦੀਆਂ ਨੂੰ ਕਿਹਾ ਵੀ ਤੁਸੀਂ ਇੱਥੋਂ ਉੱਠ ਖੜੋ, ਆ ਲਓ 10 ਲੱਖ ਰੁਪਏ। ਇਹ ਗੱਲਾਂ ਆਈਆਂ ਨਾ ਸਾਹਮਣੇ। ਨਹੀਂ, ਅੱਛਾ ਇੱਕ ਚੀਜ਼ ਹੈ, ਚਲੋ ਮੰਨ ਲੈਂਦੇ ਹਾਂ ਕਿ ਕਈ ਜਥੇਬੰਦੀਆਂ ਹੁੰਦੀਆਂ ਕਿ ਨਹੀਂ, ਕਿਸੇ ਗਰੀਬ ਗੁਰਬੇ ਨੂੰ ਜੇ ਇਨਸਾਫ ਦਿਵਾਉਣਾ ਤੇ ਅਸੀਂ ਉਹਦੇ ਲਈ ਖੜਨਾ, ਭਾਵੇਂ ਕਿਸੇ ਸੂਬੇ ਦਾ ਹੋਵੇ, ਕੋਈ ਵੀ ਹੋਵੇ, ਖੜਦੀਆਂ। ਸਵਾਲ ਇਹ ਉੱਠਦਾ ਹੈ ਕਿ ਇਹ ਜਥੇਬੰਦੀ ਉਦੋਂ ਕਿਤੇ ਨਜ਼ਰ ਨਹੀਂ ਆਈ। ਯੂਪੀ ਦੇ ਲਖੀਮਪੁਰ ਖੀਰੀ ਦੇ ਵਿੱਚ ਕਿਸਾਨ ਦਰੜੇ ਜਾਂਦੇ, ਉੱਥੇ ਤਾਂ ਕਿਤੇ ਦਿਸੀ ਨਹੀਂ ਆਈ ਕਿ ਇਹ ਵੀ ਇਸ ਨਾਮ ਦੀ ਜਥੇਬੰਦੀ ਕੋਈ ਸੰਘਰਸ਼ ਕਰਦੀ ਹੈ। ਕਿਤੇ ਯੋਗੀ ਸਰਕਾਰ ਨੂੰ ਘੇਰਦੀ ਨਜ਼ਰ ਆਈ ਹੋਵੇ ਭਾਈ, ਜਾਂ ਉੱਥੇ ਜਾ ਕੇ ਕਿਹਾ ਹੋਵੇ ਕਿ ਅਸੀਂ ਹਵਨ ਕਰਨਾ ਉਸ ਜਗ੍ਹਾ ਤੇ ਜਿੱਥੇ ਦਰੜਿਆ ਸੀ ਕਿਸਾਨਾਂ ਨੂੰ। ਉੱਥੇ ਤਾਂ ਚਲੋ ਦੇਖੋ, ਕਿਸਾਨਾਂ ਦਾ ਜਿਹੜੇ ਉੱਥੇ ਆਪਣੇ ਬੀਜੇਪੀ ਦੇ ਲੀਡਰ, ਆਪਣੇ ਕਾਰਕੁਨ ਵੀ ਕੁਛ ਮਾਰੇ ਗਏ ਸੀਗੇ, ਉੱਥੇ ਤਾਂ ਕੀਤਾ ਨਹੀਂ। ਉਹਨਾਂ ਦੇ ਹਵਨ ਕਰਨ ਦੀ ਗੱਲ ਕਰਦੇ ਜਿਹੜੇ ਉਹਨਾਂ ਉਸ ਧਰਮ ਦੇ ਵਿੱਚ, ਉਹਨਾਂ ਰੋਹ ਰੀਤਾਂ ਦੇ ਵਿੱਚ ਭਰੋਸਾ ਤੇ ਵਿਸ਼ਵਾਸ ਰੱਖਦੇ ਆ, ਉੱਥੇ ਤਾਂ ਕੀਤਾ ਨਹੀਂ ਨਾ। ਇਦਾਂ ਦੀ ਕੋਈ ਗੱਲ ਆਈ ਆ? ਇਹ ਸਿੱਧੀ ਤੇ ਸਿੱਧੀ 100% ਸ਼ਰਾਰਤ ਤੇ ਟਕਰਾਅ ਦਾ ਮਾਹੌਲ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ, ਜਿਹੜਾ ਕਿ ਮੋਰਚੇ ਨੂੰ ਬਦਨਾਮ ਕਰਨ ਲਈ। ਇੱਕ ਪਾਸੇ ਤਾਂ ਗੱਲਾਂ ਚੱਲ ਰਹੀਆਂ ਕਿ ਮੋਰਚੇ ਦੀ ਜਿਹੜੀ ਹੱਲ ਆ ਉਹ ਬੜਾ ਨੇੜੇ ਹੋ ਰਿਹਾ, ਦੀਵਾਲੀ ਤੱਕ ਕਿਸਾਨ ਜਿਹੜੇ ਆਪਣੇ ਘਰਾਂ ਨੂੰ ਖੁਸ਼ੀ ਮੁੜਨਗੇ, ਇੱਦਾਂ ਦਾ ਮਾਹੌਲ ਸਿਰਜਿਆ ਜਾ ਰਿਹਾ। ਇਹ ਬੀਜੇਪੀ ਵਾਲੇ ਦੋਹਰੀ, ਜਿੱਦਾਂ ਕਹਿ ਲਓ ਵੀ ਦੋਹਰੀ ਤਲਵਾਰ ਰਾਹੀਂ ਚੱਲ ਰਿਹਾ, ਜਿੱਦਾਂ ਵੀ ਦੋਹਰੇ ਮਾਪਦੰਡ, ਇਹਨਾਂ ਦਾ ਦੋਹਰਾ ਚਿਹਰਾ, ਗੱਲ ਵੀ ਕਰੀ ਜਾਣੀ ਆ ਤੇ ਸ਼ਰਾਰਤ ਵੀ ਕਰਾਈ ਜਾਣੀ ਆ। ਜਾਂ ਆਖਰੀ ਇਹ ਇਹਨਾਂ ਦਾ ਕਿਰਦਾਰ ਹੈਗਾ, ਇਹ ਇਹਨਾਂ ਦਾ ਕਿਰਦਾਰ ਇਦਾਂ ਦਾ। ਦੇਖੋ, ਜੇ ਤੁਸੀਂ ਇਹਨਾਂ ਦੇ ਕੁਝ ਗ੍ਰੰਥ ਵੀ ਪੜ੍ਹ ਕੇ ਦੇਖ ਲਓ, ਉਹਦੇ ਵਿੱਚ ਵੀ ਛਲ ਕਪਟ ਤੁਹਾਨੂੰ ਨਜ਼ਰ ਆਊਗਾ ਜੀ। ਇਹ ਛਲ ਕਪਟ ਇਹਨਾਂ ਦਾ ਪੀੜ੍ਹੀ ਦਰ ਪੀੜ੍ਹੀ ਤੁਰਿਆ ਆਉਂਦਾ, ਉਹਦੇ ਤੋਂ ਬਿਨਾਂ ਇਹ ਆਵਾਜ਼ ਨਹੀਂ ਆ ਸਕਦੀ ਜੀ। ਉਹੀ ਤਰੀਕੇ ਦੇ ਨਾਲ ਕਦੇ ਕੋਈ ਅੱਗੇ ਤੁਸੀਂ ਸੁਣੇ ਨਹੀਂ ਹੋਣੀ ਕਦੀ ਵੀ ਉਸ ਜਥੇਬੰਦੀ ਨੇ ਪਹਿਲਾਂ ਹੋਰ ਕਿੱਥੇ ਕੋਈ ਘਟਨਾ ਇਦਾਂ ਬੰਦਾ ਮਰਿਆ ਹੋਵੇ ਕਿਸੇ ਵੀ ਤਰੀਕੇ ਨਾਲ। ਮੈਨੂੰ ਨਹੀਂ ਪਤਾ ਕਦੋਂ ਦੀ ਸਰਕਾਰ ਇਹ ਜਾਨੀ ਕਿ ਜਥੇਬੰਦੀ ਹੋਣੀ ਕਿਉਂ ਆਈ ਆ ਤੇ ਉਹ ਕਿੱਥੋਂ ਉਹਨੇ ਜਾ ਕੇ ਉੱਥੋਂ ਲੱਭ ਲਿਆ ਹੈਗਾ ਜੀ। ਅਸਲ ਵਿੱਚ ਗੱਲ ਆਪਾਂ ਇਸ ਚੈਨਲ ਤੋਂ ਪਹਿਲਾਂ ਵੀ ਆਪਾਂ ਕਰ ਚੁੱਕੇ ਕਿ ਸਰਹੱਦੀ ਏਰੀਆ ਜਿਹੜਾ ਹੈਗਾ ਪੰਜਾਬ ਦਾ ਜੀ, ਉਹਦੇ ਵਿੱਚ ਸਭ ਤੋਂ ਇਸ ਵੇਲੇ ਜੇ ਕੋਈ ਸਰਗਰਮ ਜਥੇਬੰਦੀ ਆ ਚੁੱਪਚਾਪ ਕੰਮ ਕਰ ਰਹੀ ਆ, ਉਹ ਤਾਂ ਆਰਐਸਐਸ ਹੈ ਜੀ। ਉੱਥੇ ਉਹਨੇ ਸਕੂਲ ਵੀ ਖੋਲ੍ਹੇ ਆ, ਉੱਥੇ ਇਹਨਾਂ ਨੂੰ ਕੱਲੇ ਪਿੰਡ ਦਾ, ਜਸਵੀਰ ਜੀ, ਕੱਲੇ ਪਿੰਡ ਦਾ ਪਤਾ ਆ ਵੀ ਆਬਾਦੀ ਦੇ ਵਿੱਚ ਕਿੰਨੇ ਇਸ ਪਿੰਡ 'ਚ ਲੋਕ ਰਹਿੰਦੇ ਨੇ, ਉਹ ਕਿਹੜੇ ਭਾਈਚਾਰੇ ਦੇ ਨੇ ਲੋਕ, ਕਿਹੜੇ ਬੰਦੇ ਦੀ ਆਰਥਿਕ ਸਥਿਤੀ ਕੀ ਹੈ। ਦੇਖੋ, ਜਿਹੜਾ ਪੈਸਾ ਆ ਇਹ ਸਭ ਕੁਝ ਤੇ ਬਹੁਤ ਕੁਝ
ਕਰਵਾ ਦਿੰਦਾ। ਬਿਲਕੁਲ। ਤੇ ਇਹ ਲੱਗ ਰਿਹਾ ਹਜੇ ਤੱਕ ਉਧਰ ਨੂੰ ਗੱਲ ਚੱਲ ਨਹੀਂ ਰਹੀ ਵੀ ਲਖਵੀਰ ਸਿੰਘ ਨੂੰ ਉੱਥੇ ਲੈ ਕੇ ਕੌਣ ਗਿਆ ਸੀ ਸਿੰਘੂ ਬਾਰਡਰ, ਉਧਰ ਨੂੰ ਗੱਲ ਜਦੋਂ ਉਹ ਪਰਦਾ ਚੱਕਿਆ ਗਿਆ ਉਸ ਗੱਲ ਦਾ ਤੇ ਸਾਰਾ ਸੱਚ ਜਿਹੜਾ ਉਹ ਸਾਹਮਣੇ ਆ ਜਾਂਦਾ ਜੀ। ਤੇ ਇਹ ਉਧਰ ਨੂੰ ਚੱਲ ਨਹੀਂ ਰਿਹਾ, ਉਧਰ ਦੀ ਕੋਈ ਗੱਲ ਇਹ ਨਹੀਂ ਕਰ ਰਿਹਾ ਕੋਈ ਵੀ ਉੱਥੇ ਕੌਣ ਲੈ ਕੇ ਗਿਆ, ਉੱਦਾਂ ਕਰ ਰਿਹਾ ਵੀ ਆਹ ਘਟਨਾ ਵਾਪਰੀ। ਦੇਖੋ ਘਟਨਾ ਜਿਹੜੀ ਬਹੁਤ ਮਾੜੀ ਸੀ, ਬਿਲਕੁਲ ਦੁਖਦਾਈ ਸੀ ਘਟਨਾ, ਪਰ ਇਹ ਇਦਾਂ ਵੀ ਇਹਦੇ ਵਿੱਚ ਲੱਗ ਰਿਹਾ ਹੈਗਾ ਵੀ ਇਹਦੇ ਵਿੱਚ ਨਿਹੰਗ ਸਿੰਘ ਨਾ ਹੋ ਕੇ ਕੋਈ ਹੋਰ ਤਾਕਤਾਂ ਜਿਹੜੀਆਂ ਉਹ ਸ਼ਾਮਲ ਨੇ। ਹੋਰ ਤਾਕਤਾਂ ਇਹ ਕਿਹੜੀਆਂ ਨੇ ਤਾਕਤਾਂ ਜਿਹੜੀਆਂ ਏਕੇ ਨੂੰ ਲਾਂਬੂ ਲਾਉਣਾ ਚਾਹੁੰਦੀਆਂ ਨੇ? ਕਿਹੜੀਆਂ ਤਾਕਤਾਂ ਨੇ ਜਿਹੜਾ ਕਿਸੇ ਖਾਸ ਧਿਰ ਨੂੰ ਸੱਤਾ 'ਚ ਬਿਠਾਉਣ ਦੇ ਲਈ ਸਾਂਝਾਂ ਤੰਦਾਂ ਤੋੜ ਮਰੋੜ ਕੇ ਜਿਹੜੀ ਹਿੰਸਾ ਫੈਲਾ ਕੇ ਤੇ ਏਕਤਾ ਅਖੰਡਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਾਨੂੰਨ ਵਿਵਸਥਾ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਤੇ ਇੱਕ ਮਨੁੱਖ ਨੂੰ ਦੂਜੇ ਮਨੁੱਖ ਦੇ ਵਿਰੁੱਧ ਖੜੇ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੀਆਂ ਹੋਈਆਂ। ਲੱਗਦਾ ਕਿ ਇਹ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਹੈ ਕਿ ਕੌਣ ਹੈ ਜਿਹੜਾ ਉਹਨਾਂ ਨੂੰ ਟ੍ਰੇਨਡ ਕਰ ਕਰਕੇ ਭੇਜ ਰਿਹਾ, ਕੌਣ ਹੈ ਇਹਨਾਂ ਨੂੰ ਜਿਹਨਾਂ ਨੂੰ ਮੋਟੀਵੇਟ ਕਰਕੇ ਭੇਜ ਰਿਹਾ ਆ। ਇਹ ਗੱਲ ਨਾ ਸਿਰਫ ਸਰਕਾਰਾਂ ਨੂੰ ਦੇਖਣੀ ਪੈਗੀ, ਇਹਦੇ ਨਾਲੋਂ ਕਿਤੇ ਵੱਧ ਕੇ ਆਮ ਲੋਕਾਂ ਨੂੰ ਸਮਝਣਾ ਪਏਗਾ ਕਿ ਉਹ ਦੌਰ ਆ ਗਿਆ ਜਦੋਂ ਤੁਸੀਂ ਵੀ ਪੋਲਿਟਿਕਸ 'ਚ ਦਿਲਚਸਪੀ ਵੀ ਰੱਖੋ, ਸਮਝੋ ਵੀ ਕਿ ਤੁਹਾਡੇ ਦਿਮਾਗਾਂ ਨਾਲ ਖੇਡ ਕੌਣ ਰਿਹਾ। ਸਿੱਖ ਜਥੇਬੰਦੀਆਂ ਨੂੰ ਦੇਖਣਾ ਪਏਗਾ ਕਿ ਕਿਤੇ ਕੁਝ ਇਹੋ ਜਿਹੇ ਫੈਸਲੇ ਪ੍ਰਭਾਵਿਤ ਕਰਕੇ ਕਰਵਾਏ ਤਾਂ ਨਹੀਂ ਜਾ ਰਹੇ ਜਿਹੜੇ ਭਵਿੱਖ ਦੇ ਵਿੱਚ ਇਸ ਕੌਮ ਲਈ ਖਤਰਨਾਕ ਸਾਬਤ ਹੋ ਸਕਦੇ ਜਾਂ ਇਹਦੇ ਅਕਸ ਨੂੰ ਵਿਗਾੜਨ ਵਾਲੇ ਸਾਬਤ ਹੋ ਸਕਦੇ ਤੇ ਫਿਰ ਭੜਕ ਨੂੰ ਇਹ ਪੰਜਾਬ ਦੇ ਉੱਤੇ ਵੀ ਭਾਰੀ ਪੈ ਸਕਦੀਆਂ ਨੇ ਚੀਜ਼ਾਂ। ਇਹ ਸਾਰਾ ਕੁਝ ਸੋਚਣਾ ਵਿਚਾਰਨਾ ਪਏਗਾ। ਫਿਲਹਾਲ ਇਸੇ ਦੇ ਨਾਲ ਜਸਵੀਰ ਨੂੰ ਦਿਓ ਇਜਾਜ਼ਤ, ਪਰ ਤੁਸੀਂ ਤਾਜ਼ਾ ਤਰੀਨ ਖਬਰਾਂ ਲਈ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।